ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਚੋਖੀ ਗਰਮੀ ਪਈ ਹੈ। ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਧੁੱਪ ਪੈ ਰਹੀ ਹੈ, ਜਿਸ ਤਰੀਕੇ ਦੇ ਨਾਲ ਸੂਰਜ ਦੀ ਟਿੱਕੀ ਚਮਕ ਰਹੀ ਹੈ, ਤਾਂ ਗਰਮੀ ਆ ਚੁੱਕੀ ਹੈ ਪੰਜਾਬ ਦੇ ਵਿੱਚ। ਤੇ ਅੱਜ ਯਾਨੀ ਕਿ 19 ਤਰੀਕ ਨੂੰ ਹੋ ਸਕਦਾ ਪੰਜਾਬ ਦੇ ਵਿੱਚ ਕਣੀਆਂ ਪੈਣ। ਇਹ ਗੱਲ ਮੌਸਮ ਵਿਭਾਗ ਨੇ ਕਹੀ ਹੈ ਕੁਝ ਦਿਨ ਪਹਿਲਾਂ ਕਿ 19 ਤੇ 20 ਤਰੀਕ ਨੂੰ ਪੰਜਾਬ ਦੇ ਵਿੱਚ ਸ਼ਾਇਦ ਮੌਸਮ ਖਰਾਬ ਰਹੇ। ਇਹ ਸ਼ਾਇਦ ਦੇ ਵਿੱਚ ਸਭ ਕੁਝ ਲੁਕਿਆ ਹੋਇਆ। ਪਤਾ ਕੋਈ ਨਹੀਂ ਮੌਸਮ ਖਰਾਬ ਰਹਿਣਾ ਕਿ ਇਸ ਤੋਂ ਵੀ ਤਪਣਾ, ਪਰ ਪੰਜਾਬ ਦੇ ਵਿੱਚ ਗਰਮੀ ਦੀ ਆਮਦ ਹੋ ਚੁੱਕੀ ਹੈ। ਐਤਕੀ ਵੱਟ ਕੱਢ ਗਰਮੀ ਪੈਣ ਦੇ ਅਸਾਰ ਨਜ਼ਰ ਆ ਰਹੇ ਆ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਬੰਦ ਹੋਣ ਨਾਲ ਸੰਬੰਧਿਤ। ਪਰ ਉਸ ਤੋਂ ਪਹਿਲਾਂ ਇੱਕ ਹੋਰ ਖਬਰ ਸਾਂਝੀ ਕਰਨੀ ਬਣਦੀ ਹੈ ਦੀਪ ਸਿੱਧੂ ਦੇ ਮਾਮਲੇ ਦੇ ਵਿੱਚ, ਕਿਉਂਕਿ ਕੱਲ੍ਹ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਉਸ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜੇ ਟਰੱਕ ਡਰਾਈਵਰ ਦੇ ਵੱਲੋਂ ਇਹ ਹਾਦਸਾ ਕੀਤਾ ਗਿਆ, ਜਾਂ ਜਿਹਦੇ ਟਰੱਕ ਦੇ ਵਿੱਚ ਪਿਛਲੇ ਪਾਸਿਓਂ ਜਾ ਕੇ ਤੇ ਦੀਪ ਸਿੱਧੂ ਦੀ ਸਕਾਰਪੀਓ ਚਿੱਟੇ ਰੰਗ ਦੀ ਗੱਡੀ ਵੱਜੀ, ਜਿਹਦੇ ਕਰਕੇ ਉਹ ਮੌਤ ਦੀ ਬੁੱਕਲ 'ਚ ਚਲਾ ਗਿਆ। ਹਾਲਾਂਕਿ ਇਹ ਸਾਜ਼ਿਸ਼ ਹੈ ਜਾਂ ਇਹ ਅਚਾਨਕ ਵਾਪਰਿਆ ਹਾਦਸਾ, ਇਹਦੇ ਉੱਤੇ ਲੋਕਾਂ ਦੇ ਆਪੋ ਆਪਣੇ ਵਿਚਾਰ ਆ। ਇਸ ਮਾਮਲੇ ਦੀ ਪੜਤਾਲ ਦੀ ਵੀ ਮੰਗ ਕੀਤੀ ਜਾ ਰਹੀ ਹੈ। ਦੀਪ ਸਿੱਧੂ ਦੇ ਨਾਲ ਬੈਠੀ ਕੁੜੀ ਜਿਹੜੀ ਸਹਿਯੋਗੀ ਸਾਥਣ ਆ, ਉਹਦੇ ਵੱਲੋਂ ਇਸ ਮੁਤਲਕ ਕੋਈ ਵੀ ਇੱਕ ਸ਼ਬਦ ਆਪਣੇ ਮੂੰਹ ਦੇ ਵਿੱਚੋਂ ਨਹੀਂ ਕੱਢਿਆ ਗਿਆ। ਮੀਡੀਆ ਦੇ ਮੂਹਰੇ ਪੱਤਰਕਾਰਾਂ ਦੇ ਵੱਲੋਂ ਉਡੀਕ ਕੀਤੀ ਜਾ ਰਹੀ ਹੈ ਕਿ ਉਹ ਕੁੜੀ ਸਾਰੇ ਭੇਤ ਖੁੱਲ੍ਹੇ ਖੁਲਾਸੇ ਕਰੇ ਵੀ ਹੈ ਕੀ, ਕਹਾਣੀ ਕੀ ਹੈ, ਸੱਚਾਈ ਸਭ ਤੋਂ ਵੱਧ ਉਹਦੇ ਕੋਲੇ ਆ। ਪਰ ਉਹ ਕਿਉਂ ਨਹੀਂ ਬੋਲਦੀ, ਇਹ ਵੀ ਇੱਕ ਸਵਾਲਾਂ ਦੇ ਘੇਰੇ ਦੇ ਵਿੱਚ ਗੱਲ ਹੈ। ਪਰ ਅਗਲੀ ਗੱਲ ਇਹ ਹੈ ਵੀ ਪੁਲਿਸ ਦੇ ਵੱਲੋਂ ਲੰਘੇ ਕੱਲ੍ਹ ਜਿਹੜਾ ਟਰੱਕ ਡਰਾਈਵਰ ਫੜਿਆ ਗਿਆ ਸੀ ਉਹਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਪੁਲਿਸ ਦੇ ਵੱਲੋਂ 3 ਦਿਨ ਦਾ ਰਿਮਾਂਡ ਮੰਗਿਆ ਗਿਆ, ਪਰ ਅਦਾਲਤ ਨੇ ਉਹਨੂੰ 35 ਸੱਟੇ ਜ਼ਮਾਨਤ ਦੇ ਦਿੱਤੀ ਹੈ। ਹੁਣ ਇਸ ਗੱਲ ਦੇ ਉੱਤੇ ਵੀ ਲੋਕਾਂ ਦੇ ਮਨ ਦੇ ਉੱਤੇ ਸੱਟ ਵੱਜੀ ਹੈ ਵੀ ਜੇਕਰ ਇਹ ਰਿਮਾਂਡ ਦੇ ਉੱਤੇ ਜਾਂਦਾ, ਰਿਮਾਂਡ ਮਿਲ ਜਾਂਦਾ, ਹੋ ਸਕਦਾ ਇਹਦੇ ਕੋਲੋਂ ਕੋਈ ਨਾ ਕੋਈ ਖੁਲਾਸਾ ਵੀ ਹੁੰਦਾ, ਕਿਉਂਕਿ ਅੱਜ ਉਹ ਟਰੱਕ ਡਰਾਈਵਰ ਅਦਾਲਤ ਦੇ ਵਿੱਚ ਜਾ ਕੇ ਆਪਣੇ ਬਿਆਨਾਂ ਤੋਂ ਪਲਟ ਗਿਆ। ਕੱਲ੍ਹ ਉਹਨੇ ਪੁਲਿਸ ਦੇ ਕੋਲ ਇਹ ਗੱਲ ਕਹੀ ਸੀ ਕਿ ਮੇਰੀ ਗਲਤੀ ਹੈ, ਮੇਰੀ ਲਾਪਰਵਾਹੀ ਹੈ, ਮੈਂ ਉੱਥੇ ਟਰੱਕ ਖੜਾਇਆ ਜਿਹਦੇ ਕਰਕੇ ਹਾਦਸਾ ਵਾਪਰ ਗਿਆ, ਮੈਂ ਡਰਦਾ ਹੋਇਆ ਉੱਥੋਂ ਭੱਜ ਗਿਆ ਸੀ। ਮੈਨੂੰ ਅਗਲੇ ਦਿਨ ਪਤਾ ਲੱਗਾ ਵੀ ਗੱਡੀ ਦੇ ਵਿੱਚ ਤਾਂ ਜਿਹੜੀ ਮੌਤ ਹੋਈ ਆ ਉਹ ਇੱਕ ਫਿਲਮੀ ਅਦਾਕਾਰ ਹੈ। ਅੱਜ ਉਹਨੇ ਅਦਾਲਤ ਦੇ ਵਿੱਚ ਇਹ ਗੱਲ ਕਹੀ ਹੈ ਕਿ ਮੈਨੂੰ ਨਹੀਂ ਪਤਾ ਇਸ ਮਾਮਲੇ 'ਚ ਕੀ ਹੋਇਆ, ਮੇਰੀ ਕੋਈ ਗਲਤੀ ਨਹੀਂ, ਮੈਂ ਤਾਂ ਆਪਣੀ ਥਾਂ 'ਤੇ ਸਹੀ ਸੀ, ਮਗਰੋਂ ਆ ਕੇ ਗੱਡੀ ਵੱਜ ਗਈ ਹੈ। ਯਾਨੀ ਕਿ ਅਦਾਲਤ ਨੇ ਇਸ ਗੱਲ ਨੂੰ ਠੀਕ ਨਹੀਂ ਸਮਝਿਆ, ਮਾਣਯੋਗ ਜੱਜ ਸਾਹਿਬਾਨ ਨੇ ਠੀਕ ਨਹੀਂ ਸਮਝਿਆ ਕਿ ਇਹਨੂੰ ਰਿਮਾਂਡ ਦੇ ਉੱਤੇ ਭੇਜਿਆ ਜਾਵੇ, ਇਸ ਕਰਕੇ ਉਹਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਇਹ ਮਾਮਲਾ ਹਾਲੇ ਤੱਕ ਬਹੁਤ ਵੱਡਾ ਉਲਝਣ ਵਾਲਾ ਬਣਿਆ ਹੋਇਆ ਵੀ ਸੱਚਾਈ ਕੀ ਹੈ। ਪਰਿਵਾਰ ਦੇ ਜੀਆਂ ਦਾ ਰੋਣ ਨਹੀਂ ਝੱਲਿਆ ਜਾਂਦਾ। ਪਰਿਵਾਰ ਦੇ ਜੀ ਜਾਂਚ ਦੀ ਮੰਗ ਕਰ ਰਹੇ ਆ। ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਬਾਕੀ ਸਾਥੀ ਜਿਹੜੇ ਲਗਾਤਾਰ ਜਾਂਚ ਪੜਤਾਲ ਦੀ ਮੰਗ ਕਰ ਰਹੇ ਆ। ਸ਼ੁਭ ਚਿੰਤਕ ਨੇ ਜਿਹੜੇ ਦੀਪ ਸਿੱਧੂ ਦੇ, ਉਹਨਾਂ ਦੇ ਵੱਲੋਂ ਵੀ ਪੜਤਾਲ ਦੀ ਮੰਗ ਕੀਤੀ ਜਾ ਰਹੀ ਹੈ। ਹਰੀਸ਼ ਚੌਧਰੀ ਹੋਰਾਂ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਮਾਮਲੇ ਦੇ ਜਿਹੜੇ, ਉਹਨਾਂ ਨੇ ਵੀ ਮੰਗ ਕੀਤੀ ਆ ਕਿ ਭਾਈ ਇਸ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ। ਪੜਤਾਲ ਕਦੋਂ ਹੋਊ, ਕਿੰਨੇ ਕੁ ਚਿਰ 'ਚ ਹੋਊ, ਜਾਂ ਫਿਰ ਹੋਊ ਤੇ ਜਾਂ ਫਿਰ ਨਹੀਂ ਹੋਊ, ਇਹ ਆਉਣ ਵਾਲਾ ਵਕਤ ਬਿਆਨ ਕਰੂਗਾ। ਪਰ ਦੀਪ ਸਿੱਧੂ ਨੇ ਲੋਕਾਂ ਨੂੰ ਆਪਣੇ ਨਾਲ ਕਿਸ ਕਦਰ ਜੋੜਿਆ ਸੀ ਕਿ ਅੱਜ ਵੀ ਹਰ ਅੱਖ ਨਮ ਹੈ। ਹੁਣ ਆਉਣ ਵਾਲਾ ਵਕਤ ਦੱਸੂਗਾ ਕਿ ਇਸ ਮਾਮਲੇ 'ਚ ਨਵਾਂ ਮੋੜ ਹੋਰ ਕੀ ਆਉਂਦਾ। ਪਰ ਕੱਲ੍ਹ ਪ੍ਰਚਾਰ ਬੰਦ ਹੋ ਗਿਆ। ਲੰਘੇ ਕੱਲ੍ਹ ਸ਼ਾਮੀ 6 ਵਜੇ ਚੋਣ ਪ੍ਰਚਾਰ ਪੰਜਾਬ ਦੇ ਵਿੱਚ ਬੰਦ ਹੋ ਗਿਆ। ਜੋ ਝੰਡੀਆਂ ਲੱਗੀਆਂ ਸੀ ਗੱਡੀਆਂ ਦੇ ਉੱਤੇ, ਜੋ ਸਪੀਕਰ ਲੱਗੇ ਸੀ, ਉਹ ਸਾਰਾ ਪ੍ਰਚਾਰ ਹੁਣ ਠੱਲ ਗਿਆ। ਹੁਣ ਲੋਕ ਆ ਜਿਹੜੇ, ਰਾਜਨੀਤਿਕ ਲੋਕ ਆ ਜਿਹੜੇ, ਉਹ ਡੋਰ ਟੂ ਡੋਰ ਜਾ ਰਹੇ ਪ੍ਰਚਾਰ ਕਰਨ ਦੇ ਲਈ। ਉਹ ਹੁਣ ਰਾਤੋਂ ਰਾਤ ਕੋਈ ਨਾ ਕੋਈ ਗੇਮ ਪਲਟਾਉਣ ਦੀ ਇੱਛਾ ਦੇ ਵਿੱਚ ਹੈਗੇ ਆ। ਉਹਨਾਂ ਦੀ ਇੱਛਾ ਇਹ ਹੈ ਕਿ ਜਿੱਥੇ ਜੋ ਚੱਲਦਾ, ਜਿਵੇਂ ਚੱਲਦਾ, ਤੁਸੀਂ ਸਮਝਦੇ ਹੋ ਵੀ ਕੀ ਕਹਿਣਾ ਚਾਹੁੰਦੇ ਆ, ਵੀ ਉਹ ਸਾਰਾ ਕੁਝ ਕੀਤਾ ਜਾਵੇ। ਹਾਲਾਂਕਿ ਐਤਕੀ ਚੋਣ ਕਮਿਸ਼ਨ ਦੇ ਵੱਲੋਂ ਸਖਤੀ ਬਹੁਤ ਵਰਤੀ ਗਈ। ਕਰੋਨਾ ਮਹਾਮਾਰੀ ਦੇ ਕਰਕੇ ਸਖਤੀਆਂ ਕੀਤੀਆਂ ਗਈਆਂ, ਜਿਹਦੇ ਕਰਕੇ ਉਹਨਾਂ ਕਾਂਵਾਂ ਰੌਲੀ ਤਾਂ ਨਹੀਂ ਸੁਣੀ, ਪਰ ਫਿਰ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ। ਕੁਝ ਹੱਦ ਤੱਕ ਠੱਲ ਪਈ ਸੀ, ਪਰ ਹੁਣ ਮੁਕੰਮਲ ਤੌਰ ਦੇ ਉੱਤੇ ਸ਼ਾਂਤੀ ਵਾਲਾ ਮਾਹੌਲ ਹੋ ਗਿਆ। ਪਰ ਗੱਲ ਇਹ ਹੈ ਵੀ ਰਾਤੋਂ ਰਾਤ ਬਾਜ਼ੀ ਕਿਵੇਂ ਪਲਟਦੀ ਹੈ। ਮੈਨੂੰ ਬਹੁਤ ਸਾਰੇ ਲੋਕਾਂ ਨੇ ਗੱਲ ਦੱਸੀ ਹੈ ਵੀ ਜਿਹੜੇ ਝੁੱਗੀ ਝੌਂਪੜੀਆਂ ਦੇ ਵਿੱਚ ਜਿਹੜੇ ਕਿ ਵਿਚਾਰੇ ਗੁਰਬਤ ਮਾਰੇ ਲੋਕ ਹੈ, ਉਹਨਾਂ ਨੂੰ ਕਿਵੇਂ ਆਪਣੇ ਕਾਬੂ ਦੇ ਵਿੱਚ ਰਾਤੋਂ ਰਾਤ ਕੀਤਾ ਜਾਂਦਾ। ਕੁਝ ਕੁ ਲੋਕਾਂ ਦੇ ਵੱਲੋਂ ਕਿਵੇਂ ਦਾਰੂ ਸ਼ਾਰੂ ਚੱਲਦੀ ਹੈ। ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਵੱਖ-ਵੱਖ ਉਮੀਦਵਾਰਾਂ ਦੇ ਵੱਲੋਂ ਕਈ ਪੇਟੀਆਂ ਹਰ ਰੋਜ਼ ਦਾਰੂ ਦੀਆਂ ਭੇਜੀਆਂ ਜਾ ਰਹੀਆਂ ਪਿੰਡਾਂ, ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ। ਕਈ ਲੋਕ ਨਾ ਵੀ ਕਰ ਦਿੰਦੇ ਆ, ਕਈ ਲੋਕ ਪੀਂਦੇ ਵੀ ਆ। ਮੈਂ ਇੱਕ ਬੰਦੇ ਨੂੰ ਪੁੱਛਿਆ ਵੀ ਯਾਰ ਜਿਹੜੇ ਲੋਕ 2000 5000 ਰੁਪਈਆ ਲੈ ਕੇ ਵੋਟ ਪਾਉਂਦੇ ਆ, ਉਹਨਾਂ ਦੀ ਜ਼ਮੀਰ ਕਿਉਂ ਨਹੀਂ ਕੰਮ ਕਰਦੀ? ਉਹਦਾ ਉੱਤਰ ਮੈਨੂੰ ਕਈ ਕੁਝ ਸੋਚਣ ਵਾਸਤੇ ਮਜਬੂਰ ਕਰ ਗਿਆ। ਉਹ ਕਹਿੰਦਾ ਬਾਈ ਜੀ, ਲੋਕ ਵੀ ਇਹ ਸਮਝੀ ਬੈਠੇ ਆ ਵੀ ਜਿੱਤਣ ਤੋਂ ਬਾਅਦ ਕਦੇ ਇਹਨਾਂ ਨੇ ਕਿਹੜਾ ਕੰਮ ਆਉਣਾ, ਇਸ ਕਰਕੇ ਪੈਸੇ ਲੈ ਲੈਂਦੇ ਆ। ਹਾਲਾਂਕਿ ਮੈਨੂੰ ਫਿਰ ਵੀ ਗੱਲ ਮਾੜੀ ਲੱਗੀ ਵੀ ਪੈਸੇ ਲੈ ਕੇ ਅਸੀਂ ਕੀ ਕਰ ਲਾਂਗੇ, ਕਿਹੜਾ 2 4 5000 ਰੁਪਏ 'ਚ ਮਹਿਲ ਪੈਂਦਾ। ਜ਼ਮੀਰ ਜਿਉਂਦੀ ਰੱਖਣੀ ਚਾਹੀਦੀ ਆ, ਅਣਖੀਲੇ ਬਣਨਾ ਚਾਹੀਦਾ। ਪਰ ਉਹਨੇ ਜਿਹੜਾ ਨੁਕਤਾ ਦੱਸਿਆ
ਉਹਦੇ ਤੋਂ ਪਤਾ ਲੱਗਦਾ ਕਿ ਰਾਜਨੀਤਿਕ ਲੋਕਾਂ ਦੇ ਉੱਤੇ ਬੇਭਰੋਸਗੀ ਕਿਸ ਕਦਰ ਹੈਗੀ ਆ ਪੰਜਾਬ ਦੇ ਲੋਕਾਂ ਦੀ, ਸਾਡੇ ਦੇਸ਼ ਦੇ ਵੋਟਰਾਂ ਦੀ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੁਗਾੜ ਨਾਲ ਸੰਬੰਧਿਤ। ਰਾਜਨੀਤਿਕ ਲੋਕ ਕਿਵੇਂ ਤਾਂਤਰਿਕਾਂ ਦੇ ਦਰ ਦੇ ਉੱਤੇ ਜਾ ਰਹੇ ਆ, ਕਿਵੇਂ ਵੱਖ-ਵੱਖ ਡੇਰਿਆਂ 'ਚ ਜਾ ਰਹੇ ਆ, ਕਿਵੇਂ ਟੂਣੇ ਟਾਮਣੇ ਕਰ ਰਹੇ ਆ, ਇਹਦੇ ਬਾਬਤ ਜਾਣਕਾਰੀ ਆਈ ਹੈ। ਕਦੇ ਨਵਜੋਤ ਸਿੰਘ ਸਿੱਧੂ ਆਪਣੇ ਮੂੰਹ ਦੇ ਉੱਤੇ ਹੱਥ ਫੇਰ ਕੇ ਤੇ ਬਾਅਦ ਦੇ ਵਿੱਚ ਐਦਾਂ ਦਾ ਕੁਝ ਕਰਦੇ ਆ। ਕਦੇ ਖਬਰ ਆਉਂਦੀ ਆ ਕਿ ਚਰਨਜੀਤ ਸਿੰਘ ਚੰਨੀ ਹਾਥੀ ਦੇ ਉੱਤੇ ਬੈਠ ਕੇ ਗੇੜਾ ਕੱਢ ਕੇ ਆਏ ਆ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕੱਟਾ ਦਾਨ ਕਰਤਾ ਕੈਪਟਨ ਅਮਰਿੰਦਰ ਸਿੰਘ ਨੇ। ਕਹਿੰਦੇ ਵੀ ਸ਼ਤਰੂ ਸ਼ਾਂਤ ਹੋ ਗਏ। ਉਹ ਕਹਿੰਦੇ ਵੀ ਸ਼ਾਇਦ ਸਾਡਾ ਪਾਰ ਉਤਾਰਾ ਹੀ ਹੋ ਜੇ, ਬੇੜਾ ਬੰਨੇ ਕੱਟਾ ਹੀ ਲਾ ਦੇਵੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ 2 ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਛੱਡਣ ਤੋਂ ਬਾਅਦ ਪਹਿਲੀ ਵਾਰ ਪਟਿਆਲਾ ਸੀਟ ਨੂੰ ਵੱਡੀ ਚੁਣੌਤੀ ਮੰਨ ਰਹੇ ਨੇ। ਇੱਥੇ ਉਹ ਜੂਝ ਰਹੇ ਨੇ ਹਾਲ ਦੀ ਘੜੀ। ਸੋ ਕੈਪਟਨ ਅਮਰਿੰਦਰ ਸਿੰਘ ਦਾਨ ਧਰਮ ਦੇ ਰਾਹ ਦੇ ਉੱਤੇ ਵੀ ਤੁਰ ਪਏ ਨੇ। ਉਹਨਾਂ ਨੇ ਚੋਣਾਂ ਜਿੱਤਣ ਦੇ ਲਈ ਟੋਟਕਾ ਅਜ਼ਮਾਇਆ। ਨਿਊ ਮੋਤੀ ਮਹਿਲ ਦੇ ਵਿੱਚ ਉਹਨਾਂ ਨੇ ਪੂਜਾ ਪਾਠ ਕਰਵਾਈ ਤੇ ਉੱਥੇ ਇੱਕ ਕੱਟਾ ਦਾਨ ਕੀਤਾ। ਇਸ ਟੋਟਕੇ ਦੀਆਂ ਤਸਵੀਰਾਂ ਤੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਕਈ ਲੋਕ ਕਹਿੰਦੇ ਨੇ ਕਿ ਕੱਟਾ ਦਾਨ ਕਰਨ ਦੇ ਨਾਲ ਸ਼ਤਰੂ ਸ਼ਾਂਤ ਰਹਿੰਦੇ ਆ, ਪਰ ਇਹ ਤਰਕ ਦੇ ਆਧਾਰ ਦੇ ਉੱਤੇ ਗੱਲ ਕਿੰਨੀ ਕੁ ਸਹੀ ਹੈ, ਇਹਦੇ ਬਾਬਤ ਲੋਕ ਆਪੋ ਆਪਣੀ ਸਮਝ ਰੱਖਦੇ ਆ। ਕੈਪਟਨ ਅਮਰਿੰਦਰ ਸਿੰਘ ਕਿਸੇ ਵੇਲੇ ਕਾਂਗਰਸ ਦੇ ਸਿਰਮੌਰ ਰਹੇ ਨੇ। ਪੰਜਾਬ ਦੇ ਵਿੱਚ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਚੱਲਦੀ ਸੀ। ਹਾਲਾਂਕਿ ਇਸ ਵਾਰ ਚੋਣਾਂ ਤੋਂ 3.5 ਮਹੀਨੇ ਪਹਿਲਾਂ ਕਾਂਗਰਸ ਨੇ ਝਟਕਾ ਦਿੱਤਾ ਕੈਪਟਨ ਨੂੰ। ਕਾਂਗਰਸ ਛੱਡ ਕੇ ਉਹਨਾਂ ਨੇ ਪੰਜਾਬ ਲੋਕ ਕਾਂਗਰਸ ਨਾਂ ਦੀ ਪਾਰਟੀ ਬਣਾਈ। ਭਾਜਪਾ ਦੇ ਨਾਲ ਮਿਲ ਕੇ ਉਹ ਚੋਣ ਲੜ ਰਹੇ ਨੇ। ਵੱਡੀ ਚੁਣੌਤੀ ਇਹਨਾਂ ਨੂੰ ਮਿਲ ਰਹੀ ਹੈ। ਮੰਨਿਆ ਜਾ ਰਿਹਾ ਕਿ ਉਹਨਾਂ ਦਾ ਅਕਸ ਤੇ ਸਮਝ ਦੋਵੇਂ ਹੀ ਇਸ ਚੋਣਾਂ ਦੇ ਉੱਤੇ ਦਾਅ ਦੇ ਉੱਤੇ ਨਹੀਂ। ਪੰਜਾਬ ਦੇ ਵਿੱਚ ਟੋਟਕੇ ਅਜ਼ਮਾਉਣਾ ਨੇਤਾਵਾਂ ਵੱਲੋਂ ਕੋਈ ਨਵੀਂ ਗੱਲ ਨਹੀਂ। ਸੀਐਮ ਚਰਨਜੀਤ ਸਿੰਘ ਚੰਨੀ ਵੀ ਹਾਥੀ ਦੀ ਸਵਾਰੀ ਕਰਨ ਦਾ ਟੋਟਕਾ ਅਜ਼ਮਾ ਚੁੱਕੇ ਨੇ। ਹਾਲਾਂਕਿ ਉਦੋਂ ਉਹ ਮੁੱਖ ਮੰਤਰੀ ਨਹੀਂ ਸਨ ਬਣੇ। ਇਸ ਤੋਂ ਬਾਅਦ ਉਹ ਸੱਚ ਦੇ ਵਿੱਚ ਮੁੱਖ ਮੰਤਰੀ ਬਣੇ ਤਾਂ ਇਹ ਉਹਨਾਂ ਦਾ ਟੋਟਕਾ ਖੂਬ ਚਰਚਾ ਦੇ ਵਿੱਚ ਆਇਆ। ਨਵਜੋਤ ਸਿੰਘ ਸਿੱਧੂ ਦਾ ਇੱਕ ਵੀਡੀਓ ਬੜਾ ਵਾਇਰਲ ਹੋ ਰਿਹਾ, ਜਿਹਦੇ ਵਿੱਚ ਤੰਤਰ ਮੰਤਰ ਦੇ ਨਾਲ ਜੋੜ ਕੇ ਵਿਰੋਧੀਆਂ ਨੇ ਖੂਬ ਉਹਨਾਂ ਦਾ ਮਜ਼ਾਕ ਉਡਾਇਆ। ਸਿੱਧੂ ਖੇਮੇ ਨੇ ਸਫਾਈ ਦਿੱਤੀ ਹੈ ਕਿ ਉਹ ਤਾਂ ਧਿਆਨ ਕਰ ਰਹੇ ਨੇ। ਸੋ ਇਸ ਬਾਰੇ ਪਤਾ ਨਹੀਂ ਕਿ ਧਿਆਨ ਇੱਦਾਂ ਹੁੰਦਾ ਕਿ ਨਹੀਂ, ਪਰ ਲੋਕ ਇਹ ਗੱਲ ਕਹਿੰਦੇ ਨੇ ਕਿ ਇਹ ਸਭ ਫਜ਼ੂਲ ਕਿਸਮ ਦੇ ਵਿਸ਼ਵਾਸ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਟੋਟਕੇ ਅਜ਼ਮਾਏ ਜਾ ਰਹੇ ਆ, ਇਹ ਅਜ਼ਮਾਉਣ ਦੀ ਲੋੜ ਨਹੀਂ ਸੀ ਪੈਣੀ। ਜੇਕਰ ਲੋਕਾਂ ਦੇ ਕੰਮ ਕੀਤੇ ਹੋਣ ਤਾਂ ਕੋਈ ਕੱਟਾ ਦਾਨ ਕਰਨ ਦੀ ਲੋੜ ਨਹੀਂ, ਕੋਈ ਵੱਛਾ ਦਾਨ ਕਰਨ ਦੀ ਲੋੜ ਨਹੀਂ, ਕਿਸੇ ਤਰ੍ਹਾਂ ਦਾ ਕੋਈ ਵੀ ਇਹੋ ਜਿਹਾ ਟੋਟਕਾ ਕੋਈ ਅਜ਼ਮਾਇਸ਼ ਕਰਨ ਦੀ ਜ਼ਰੂਰਤ ਨਹੀਂ। ਪਰ ਕਿਉਂਕਿ ਆਪਾਂ ਲੋਕਾਂ ਦੇ ਕੰਮ ਘੱਟ ਕੀਤੇ ਆ, ਇਸ ਕਰਕੇ ਸਾਨੂੰ ਕਿਤੋਂ ਨਾ ਕਿਤੋਂ ਸਹਾਰਾ ਲੱਭਣਾ ਪੈਂਦਾ। ਇਹਨੂੰ ਭਾਵੇਂ ਅੰਧ ਵਿਸ਼ਵਾਸ ਕਹਿ ਲਓ, ਇਹਨੂੰ ਤੁਸੀਂ ਸ਼ਰਧਾ ਕਹਿ ਲਓ, ਮੈਨੂੰ ਨਹੀਂ ਪਤਾ ਇਹਦੇ ਲਈ ਕਿਹੜਾ ਸ਼ਬਦ ਢੁਕਵਾਂ ਤੁਹਾਨੂੰ ਠੀਕ ਲੱਗੂਗਾ। ਪਰ ਗੱਲ ਇਹ ਹੈ ਵੀ ਜੇਕਰ ਸਿੱਧੂ ਸਾਹਿਬ ਆਪਣੇ ਹਲਕੇ ਦੇ ਵਿੱਚ 24 ਘੰਟੇ ਸੇਵਾ 'ਚ ਰਹੇ ਹੋਣ, ਜਿਵੇਂ ਕਿ ਉਹਨਾਂ ਨੇ ਖੁਦ ਮੰਨਿਆ ਕਿ ਮੈਂ ਇੱਥੇ ਲੋਕਾਂ ਦੇ ਮੱਥੇ ਉਹਨਾਂ ਨਹੀਂ ਲੱਗ ਸਕਿਆ, ਲੋਕਾਂ 'ਚ ਉਹਨਾਂ ਨਹੀਂ ਵਿਚਰ ਸਕਿਆ ਜਿੰਨਾ ਕਿ ਵਿਚਰਨਾ ਚਾਹੀਦਾ ਸੀ। ਸੋ ਉਹ ਜਾਣਦੇ ਆ ਕਿ ਮੈਨੂੰ ਕੁਛ ਨਾ ਕੁਛ ਇੱਦਾਂ ਦਾ ਕਰਕੇ ਤੇ ਕੁਛ ਨਾ ਕੁਛ ਪਿੜ ਪੱਲੇ ਪੈ ਜੇ। ਪਰ ਕੰਮ ਹੀ ਪਿੜ ਪੱਲੇ ਪਾਉਂਦਾ ਕੁਝ ਨਾ ਕੁਝ। ਜਿਹੜੇ ਨੇਤਾਵਾਂ ਨੇ ਕੰਮ ਕੀਤੇ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ, ਜਿਨ੍ਹਾਂ ਨੇ ਨਹੀਂ ਕੀਤੇ ਉਹਨਾਂ ਨੂੰ 100 ਤਰ੍ਹਾਂ ਦੇ ਹੱਥ ਪੱਲੇ ਮਾਰਨ ਦੀ ਜ਼ਰੂਰਤ ਪੈ ਰਹੀ ਹੈ। ਪਰ ਅੰਧ ਵਿਸ਼ਵਾਸਾਂ ਤੋਂ ਉੱਤੇ ਉੱਠ ਕੇ ਸੋਚਣਾ ਚਾਹੀਦਾ। ਸਾਡੇ ਦੇਸ਼ ਦੇ ਵਿੱਚ ਅੰਧ ਵਿਸ਼ਵਾਸਾਂ ਦੀ ਭਰਮਾਰ ਹੈ। ਮੈਂ ਕਦੇ ਕਦੇ ਹੈਰਾਨ ਰਹਿਣਾ ਵੀ ਉੱਥੇ ਤਾਂ ਲਿਖਿਆ ਹੁੰਦਾ ਜੀ ਕਿ ਭਾਰਤ ਆਰਥਿਕ ਤੌਰ 'ਤੇ ਡੋਬੇ ਦੇ ਵਿੱਚ, ਪੰਜਾਬ ਦੇ ਸਿਰ ਇੰਨੇ ਲੱਖ ਕਰੋੜ ਦਾ ਕਰਜ਼ਾ, ਪੰਜਾਬ ਦੇ ਵਿੱਚ ਇੰਨੀ ਬੇਰੁਜ਼ਗਾਰੀ, ਪੰਜਾਬ ਦੇ ਖਜ਼ਾਨਾ ਮੰਤਰੀ ਨੇ ਕਿਹਾ ਪੀਪੇ ਵਾਂਗੂ ਬਣਿਆ ਪਿਆ ਖਜ਼ਾਨਾ ਸਾਡਾ, ਪੰਜਾਬ ਦੇ ਵਿੱਤ ਮੰਤਰੀ ਨੇ ਕਿਹਾ ਖਜ਼ਾਨਾ ਸਾਡਾ ਖਾਲੀ ਹੈ, ਤੇ ਥੱਲੇ ਕਿਸੇ ਨਾ ਕਿਸੇ ਤਾਂਤਰਿਕ ਦੀ ਇਸ਼ਤਿਹਾਰਬਾਜ਼ੀ ਹੁੰਦੀ ਹੈ ਕਿ ਪਹਿਲੇ 5 ਮਿੰਟਾਂ 'ਚ ਮਸਲੇ ਦਾ ਹੱਲ। ਮੈਂ ਸੋਚਦਾ ਹੁੰਦਾ ਜਿਹੜੀ ਉਤਲੇ ਮਸਲੇ ਦੀ ਗੱਲ ਹੈ ਵੀ ਖਜ਼ਾਨਾ ਹੀ ਭਰ ਦਿਓ ਜੇਕਰ ਤੁਹਾਡੇ ਕੋਲੇ ਮਸਲੇ ਦਾ ਹੱਲ ਹੈ। ਤੁਸੀਂ ਪੰਜਾਬ ਦੇ ਵਿੱਚ ਆਬੋ ਹਵਾ ਵਧੀਆ ਕਰ ਦਿਓ ਜੇਕਰ ਮਸਲੇ ਦਾ ਹੱਲ ਹੈ। ਤੁਸੀਂ ਰਾਜਨੀਤਿਕ ਕੂੜਾ ਪਰੇ ਕਰ ਦਿਓ ਜੇਕਰ ਮਸਲੇ ਦਾ ਹੱਲ ਹੈ। ਪਰ ਰਾਜਨੀਤਿਕ ਲੋਕ ਇਸ ਵੇਲੇ ਤਾਂਤਰਿਕਾਂ ਦੇ, ਜੋਤਸ਼ੀਆਂ ਦੇ ਦਰਾਂ ਦੇ ਵਿੱਚ ਵੀ ਜਾ ਰਹੇ ਆ। ਇੱਕ ਤਾਂਤਰਿਕ ਦੇ ਕੋਲੇ 10-10 ਜਣੇ ਜਾ ਰਹੇ ਆ, 5-5 ਜਾਣੇ ਜਾ ਰਹੇ ਆ। ਮੈਂ ਹੈਰਾਨ ਆ, ਇੱਕ ਤਾਂਤਰਿਕ ਦੇ ਬਾਰੇ ਜਾਣਕਾਰੀ ਮਿਲੀ, ਉਹਦੇ ਕੋਲੇ ਇੱਕੋ ਹਲਕੇ ਦੇ 3 ਉਮੀਦਵਾਰ ਗਏ ਜਿਹੜੇ ਕਿ ਆਪਸ ਦੇ ਵਿੱਚ ਭਿੜ ਰਹੇ ਆ। ਉਹਨੇ ਤਿੰਨਾਂ ਨੂੰ ਮੁੰਡਾ ਦਿੱਤਾ, ਕਹਿੰਦਾ ਵੀ ਕਮਾਲ ਹੋ ਜੂਗੀ, ਸਿਰਾ ਲੱਗ ਜੂਗਾ, ਤੁਸੀਂ ਜਿੱਤ ਗਏ। ਹੁਣ ਤਿੰਨਾਂ ਦੇ ਵਿੱਚੋਂ ਇੱਕ ਤਾਂ ਜਿੱਤੂਗਾ ਹੀ। ਜਿਹੜਾ ਜਿੱਤ ਗਿਆ ਕਹੂਗਾ ਕਮਾਲਾਂ ਹੋ ਗਈਆਂ, ਮੈਂ ਕਿਹਾ ਸੀ। ਜਿਹੜੇ ਹਾਰ ਗਏ ਕਹੂਗਾ ਤੁਸੀਂ ਉਪਾਅ ਸਹੀ ਤਰੀਕੇ ਨਾਲ ਨਹੀਂ ਕੀਤਾ। ਇੱਦਾਂ ਦਾ ਕੁਝ ਅੱਜ ਪੰਜਾਬ ਦੀ ਰਾਜਨੀਤੀ ਵਿੱਚ ਚੱਲ ਰਿਹਾ। ਕੰਮ ਕਰੋ, ਲੋਕਾਂ ਦੀਆਂ ਅੱਖਾਂ ਦੇ ਤਾਰੇ ਬਣੇ ਰਹੋਗੇ। ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ। ਇਹੋ ਜਿਹੇ ਛੰਗਣ ਮੰਗਣ ਕਰਨ ਦੀ ਲੋੜ ਨਹੀਂ ਪਊਗੀ। ਤੁਸੀਂ ਲੋਕਾਂ ਦੇ ਲਈ ਜਵਾਬਦੇਹ ਰਹੋ। ਤੁਹਾਨੂੰ ਇਹੋ ਜਿਹੇ ਅਜ਼ਮਾਇਸ਼ਾਂ ਕਰਨ ਦੀ ਜ਼ਰੂਰਤ ਨਹੀਂ ਪਊਗੀ। ਪਰ ਰਾਜਨੀਤਿਕ ਲੋਕ ਅੱਜ ਤੁਹਾਨੂੰ ਦਿਸਦੇ ਆ, ਇਹਨਾਂ ਨੇ ਬਾਅਦ ਦੇ ਵਿੱਚ ਦਿਸਣਾ ਨਹੀਂ। ਜਿਹੜਾ ਵੀ ਜਿੱਤੂਗਾ ਬਾਅਦ ਦੇ ਵਿੱਚ ਉਹਦੇ ਵੱਲੋਂ ਕੋਸ਼ਿਸ਼ ਕੀਤੀ ਜਾਊਗੀ ਭਾਈ ਮੈਂ ਵਧਾਈਆਂ ਦੇ ਧੰਨਵਾਦ ਕਰਦੇ ਹਾਂ, ਤੇ ਬਾਅਦ ਦੇ ਵਿੱਚ ਲੱਭਣੇ ਨਹੀਂ। ਤੇ ਜੇਕਰ ਇਹ ਲੱਭਣਗੇ ਨਹੀਂ ਤਾਂ ਫਿਰ ਇਹਨਾਂ ਨੂੰ ਕਿਸੇ ਵੀ ਟੂਣੇ ਟਾਮਣੇ ਨੇ ਬਚਾਉਣਾ ਨਹੀਂ। ਸੋ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਕਿ ਧਰਮ, ਜਾਤ ਤੇ ਅੰਧ ਵਿਸ਼ਵਾਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਰਾਜਨੀਤਿਕ ਲੋਕ ਜਕੜੇ ਹੋਏ ਆ। ਹੁਣ ਕੈਪਟਨ ਸਾਹਿਬ ਦੀ ਆਪਣੀ ਸੀਟ ਨਿਕਲਦੀ ਕਿ ਨਹੀਂ,
ਕੈਪਟਨ ਸਾਹਿਬ ਦੀਆਂ ਬਾਕੀ ਸੀਟਾਂ ਨਿਕਲਦੀਆਂ ਕਿ ਨਹੀਂ, ਇਹਦੇ ਵੱਲ ਸਭ ਦਾ ਧਿਆਨ ਟਿਕਿਆ ਰਹਿਣਾ। ਕਿ ਜੋ ਉਹਨਾਂ ਨੇ ਤੰਤਰ ਮੰਤਰ ਕੀਤਾ, ਜੋ ਵੀ ਧਿਆਨ ਲਾਇਆ ਜਾਂ ਜੋ ਵੀ ਕੁਝ ਕੀਤਾ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀ, ਇਹ ਸਾਰਾ ਕੁਝ ਕਰਕੇ ਉਹ ਬਿਕਰਮ ਸਿੰਘ ਮਜੀਠੀਆ ਤੇ ਭਾਰੀ ਪੈਂਦੇ ਕਿ ਨਹੀਂ, ਇਹਦੇ ਵੱਲ ਵੀ ਖਿਆਲ ਰਹਿਣਾ। ਜਿਵੇਂ ਚੰਨੀ ਸਾਹਿਬ ਦੇ ਵੱਲੋਂ ਅਜ਼ਮਾਇਆ ਗਿਆ ਕਈ ਕੁਝ ਸਮੇਂ ਦੇ ਉੱਤੇ ਕਿ ਉਹ ਪੰਜਾਬ ਦੇ ਵਿੱਚ ਦੋਵੇਂ ਸੀਟਾਂ ਦੇ ਉੱਤੇ ਕਾਮਯਾਬ ਹੁੰਦੇ ਕਿ ਨਹੀਂ, ਇਹਦੇ ਵੱਲ ਵੀ ਧਿਆਨ ਟਿਕਿਆ ਰਹਿਣਾ। ਸਮੇਂ ਨੇ ਬਹੁਤ ਕੁਝ ਬਿਆਨ ਕਰਨਾ। 10 ਮਾਰਚ ਨੇ ਬਹੁਤ ਕੁਝ ਬਿਆਨ ਕਰਨਾ। 20 ਫਰਵਰੀ ਨੂੰ ਵੋਟਾਂ ਪੈਣੀਆਂ, ਯਾਨੀ ਕਿ ਕੁਝ ਘੰਟਿਆਂ ਬਾਅਦ ਪੈਣੀਆਂ। ਸੂਝਵਾਨ ਲੋਕ ਸੂਝਵਾਨ ਤਰੀਕੇ ਨਾਲ ਵੋਟਾਂ ਪਾਉਣ, ਚੰਗੇ ਲੋਕਾਂ ਨੂੰ ਵੋਟਾਂ ਪਾਉਣ, ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ, ਕਿਸੇ ਈਰਖਾ ਤੋਂ ਉੱਪਰ ਉੱਠ ਕੇ, ਕਿਸੇ ਲਾਲਚ ਤੋਂ ਉੱਪਰ ਉੱਠ ਕੇ ਵੋਟਾਂ ਪੈਣ। ਆਪ ਚੰਗੇ ਹੋਵਾਂਗੇ, ਚੰਗਾ ਪੰਜਾਬ ਸਿਰਜਿਆ ਜਾਊਗਾ। ਬੀਜੇਪੀ ਦੇ ਵੱਲੋਂ ਪੰਜਾਬ ਦੇ ਵਿੱਚ ਵੱਡੀ ਪਾਰੀ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਹੁਤ ਸਾਰੇ ਲੋਕ ਇਸ ਗੱਲ ਦੇ ਨਾਲ ਸ਼ਾਇਦ ਇਤਫਾਕ ਨਾ ਰੱਖਣ, ਸਹਿਮਤ ਨਾ ਹੋਣ, ਪਰ ਸ਼ਹਿਰੀ ਖੇਤਰਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਈ ਥਾਵਾਂ ਤੇ ਕਈ ਹਲਕਿਆਂ ਦੇ ਵਿੱਚ ਬੀਜੇਪੀ ਟੱਕਰ ਦੇ ਰਹੀ ਹੈ, ਇਹ ਵੀ ਇੱਕ ਅਚੰਭੇ ਵਾਲੀ ਗੱਲ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈ, ਕਿਉਂਕਿ 2.5-3 ਮਹੀਨੇ ਪਹਿਲਾਂ ਤੱਕ ਇਹ ਗੱਲ ਲੱਗਦੀ ਸੀ ਵੀ ਬੀਜੇਪੀ ਪੰਜਾਬ ਦੇ ਵਿੱਚ ਆਪਣੇ ਪੈਰ ਕਿਵੇਂ ਲਾਊ। ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬੀਜੇਪੀ ਪੱਕੇ ਪੈਰੀਂ ਹੋਣ ਦੀ ਕੋਸ਼ਿਸ਼ ਕਰ ਰਹੀ ਹੈ, ਮੈਂ ਨਹੀਂ ਕਹਿਣਾ ਵੀ 50 ਸੀਟਾਂ ਆਉਣੀਆਂ, ਮੈਂ ਇਹ ਨਹੀਂ ਗੱਲ ਕਹਿ ਰਿਹਾ ਵੀ ਸਰਕਾਰ ਬਣ ਜਾਣੀ ਹੈ, ਪਰ ਮੈਂ ਇਹ ਗੱਲ ਕਹਿ ਰਿਹਾ ਕਿ ਟੱਕਰ ਦੇ ਰਹੀ ਹੈ ਕਈ ਸੀਟਾਂ ਦੇ ਉੱਤੇ ਜਿਸ ਤਰੀਕੇ ਨਾਲ। ਇਹ ਹੈਰਾਨ ਕਰਨ ਵਾਲੀ ਗੱਲ ਹੈ, ਕਿਉਂਕਿ ਹੁਣ ਕਿਸੇ ਕਿਸਮ ਦਾ ਕੋਈ ਵਿਰੋਧ ਨਹੀਂ ਚੱਲ ਰਿਹਾ। ਕਿਤੇ ਵਿਰਲੀ ਟਾਵੀਂ ਥਾਂ ਦੇ ਉੱਤੇ ਵਿਰੋਧ ਕਿਸੇ ਉਮੀਦਵਾਰ ਦਾ ਹੁੰਦਾ ਹੋਵੇ, ਇਹ ਵੱਖਰੀ ਗੱਲ ਹੈ, ਪਰ ਹੁਣ ਸਾਰੇ ਕਿਸਾਨ ਆਗੂ ਆ ਜਿਹੜੇ, ਉਹ ਵੀ ਚੋਣਾਂ ਦੇ ਵਿੱਚ ਮਸਰੂਫ ਆ। ਜਿਹੜੇ ਨਹੀਂ ਵੀ ਚੋਣਾਂ ਦੇ ਵਿੱਚ ਮਸਰੂਫ ਵੀ ਭਾਈ ਅਸੀਂ ਕੋਈ ਸੰਯੁਕਤ ਸਮਾਜ ਮੋਰਚੇ ਦਾ ਹਿੱਸਾ ਨਹੀਂ, ਉਹ ਵੀ ਇਸ ਵੇਲੇ ਬਾਕੀ ਵੱਖ-ਵੱਖ ਹੋਰ ਕੰਮਾਂ ਦੇ ਵਿੱਚ ਮਸਰੂਫ ਆ। ਹਾਂ, ਇਹ ਗੱਲ ਜ਼ਰੂਰ ਆ ਕਿ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਵੋਟਾਂ ਦੇ ਚੱਕਰ ਦੇ ਵਿੱਚ ਪੈਣ ਵਾਲੇ ਨਹੀਂ, ਅਸੀਂ ਲੜਾਈ ਲੜਨ ਵਾਲੇ ਲੋਕ ਆ। ਪਰ ਬੀਜੇਪੀ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਸਿੱਖ ਭਾਈਚਾਰੇ ਨਾਲ ਨੇੜਤਾ ਦਰਸਾਈ ਜਾ ਰਹੀ ਹੈ, ਜਿਵੇਂ ਨੇੜਤਾ ਦਾ ਵਿਖਿਆਨ ਕੀਤਾ ਜਾ ਰਿਹਾ, ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ 'ਚ 3 ਰੈਲੀਆਂ ਕੀਤੀਆਂ, ਜਿਵੇਂ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਆ ਕੇ ਸਿੱਖ ਭਾਈਚਾਰੇ ਦੇ ਨਾਲ ਸੰਬੰਧ ਬਣਾਏ ਜਾ ਰਹੇ ਆ, ਜਿਸ ਤਰੀਕੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬੰਦ ਕਮਰਾ ਮੁਲਾਕਾਤ ਕੀਤੀ ਗਈ ਹੈ, ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਡੇਰਾ ਬਿਆਸ ਦੇ ਮੁਖੀ ਨਾਲ ਮੁਲਾਕਾਤ ਕੀਤੀ ਗਈ ਹੈ, ਜਿਸ ਤਰੀਕੇ ਦੇ ਨਾਲ ਹੁਣ ਪਤਾ ਲੱਗਾ ਕਿ ਨਾਮਧਾਰੀ ਸੰਪਰਦਾ ਦੇ ਬਾਬਾ ਜਿਹੜੇ ਨੇ ਉਦੈ ਸਿੰਘ ਹੋਰੀ, ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ, ਮੁਲਾਕਾਤ ਕੀਤੀ ਗਈ ਹੈ। ਇਹ ਸਾਰੀਆਂ ਗੱਲਾਂ ਕਿਹੜੀ ਗੱਲ ਨੂੰ ਪੈਦਾ ਕਰ ਰਹੀਆਂ, ਕਿਹੜੇ ਸੰਕੇਤ ਖੜੇ ਕਰ ਰਹੀਆਂ, ਕਿਹੜੀ ਨਵੀਂ ਗੱਲ ਖੜੀ ਕਰ ਰਹੀਆਂ, ਇਹਦੇ ਬਾਬਤ ਸੋਚਣਾ ਸਮਝਣਾ ਬਣਦਾ। ਹੁਣ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਦਿੱਲੀ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਨਾਮਣਾ ਖੱਟਣ ਵਾਲੀਆਂ ਸਿੱਖ ਹਸਤੀਆਂ ਨਾਲ ਮੁਲਾਕਾਤ ਕੀਤੀ ਗਈ ਹੈ, ਜਿਹਦੇ ਵਿੱਚ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਹੋਰੀ ਵੀ ਹੈ, ਵਾਤਾਵਰਨ ਪ੍ਰੇਮੀ, ਜਿਹਦੇ ਵਿੱਚ ਹਰਮੀਤ ਸਿੰਘ ਕਾਲਕਾ ਹੋਰੀ ਵੀ ਹੈ, ਇਹਦੇ ਵਿੱਚ ਸਾਬਕਾ ਜਥੇਦਾਰ ਵੀ ਹੈਗੇ ਆ, ਮਨਜਿੰਦਰ ਸਿੰਘ ਸਿਰਸਾ ਤਾਂ ਚਲੋ ਹੈ ਹੀ ਬੀਜੇਪੀ ਦੇ ਵਿੱਚ ਹੁਣ। ਸੋ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਮਿਲ ਕੇ ਉਹਨਾਂ ਦੀਆਂ ਫੋਟੋਆਂ ਮੀਡੀਆ ਦੇ ਵਿੱਚ ਆ ਰਹੀਆਂ, ਤੇ ਇਸ ਗੱਲ ਦਾ ਪ੍ਰਭਾਵ ਲਗਾਤਾਰ ਜਾ ਰਿਹਾ ਕਿ ਬੀਜੇਪੀ ਪੰਜਾਬ ਦੇ ਪ੍ਰਤੀ ਕਿੰਨੀ ਸੁਹਿਰਦ ਹੈ, ਬੀਜੇਪੀ ਪੰਜਾਬ ਦੀ ਸਿੱਖ ਭਾਈਚਾਰੇ ਦੇ ਨਾਲ ਕਿਵੇਂ ਜੁੜਨਾ ਚਾਹੁੰਦੀ ਹੈ, ਜਾਂ ਸਿੱਖ ਭਾਈਚਾਰੇ ਦੇ ਲਈ ਕਿੰਨੀ ਸੁਹਿਰਦਤਾ ਦੇ ਨਾਲ ਸੋਚ ਰਹੀ ਹੈ। ਪ੍ਰਧਾਨ ਮੰਤਰੀ ਨੇ ਲੰਘੇ ਕੱਲ੍ਹ ਇਹ ਗੱਲ ਕਹੀ ਹੈ ਕਿ ਸਿੱਖਾਂ ਦੇ ਸਾਰੇ ਮਸਲੇ ਹੱਲ ਕਰਨ ਲਈ ਵਚਨਬੱਧ ਆ, ਸਿੱਖਾਂ ਦਾ ਦਰਦ ਸਾਡੇ ਮਨ ਦੇ ਵਿੱਚ ਹੈ, ਸਿੱਖਾਂ ਦੇ ਨਾਲ ਅਤੀਤ ਦੇ ਵਿੱਚ ਬਹੁਤ ਜ਼ਿਆਦਾ ਧੱਕਾ ਹੋਇਆ, ਤੇ ਜੇਕਰ ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣਦੀ ਹੈ ਤਾਂ ਫਿਰ ਸਾਰੇ ਮਸਲੇ ਹੱਲ ਹੋਣਗੇ, ਸਿੱਖ ਭਾਈਚਾਰੇ ਦਾ ਵੀ ਤੇ ਸਮੁੱਚੇ ਪੰਜਾਬ ਦਾ ਬਣਦਾ ਮਾਣ ਸਨਮਾਨ ਬਹਾਲ ਹੋਊਗਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਵੋਟਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਵਿੱਚ ਸਿੱਖ ਸ਼ਖਸੀਅਤਾਂ ਨਾਲ ਮੁਲਾਕਾਤ ਕੀਤੀ। ਇਹਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਯਮੁਨਾ ਨਗਰ ਦੇ ਕਰਮਜੀਤ ਸਿੰਘ, ਪੰਜਾਬ ਤੋਂ ਸੰਤ ਬਲਵੀਰ ਸਿੰਘ ਸੀਚੇਵਾਲ ਸਮੇਤ ਕਈ ਸ਼ਖਸੀਅਤਾਂ ਸ਼ਾਮਲ ਸਨ। ਮਹੰਤ ਕਰਮਜੀਤ ਸਿੰਘ ਦੇ ਮੁਤਾਬਕ ਗੱਲਬਾਤ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹਨਾਂ ਦੇ ਖੂਨ ਦੇ ਵਿੱਚ ਸਿੱਖੀ ਤੇ ਸੇਵਾ ਹੈ, ਉਹ ਸਿੱਖਾਂ ਦੇ ਲਈ ਦਿਲ ਤੋਂ ਕੰਮ ਕਰਦੇ ਨੇ। ਸਿੱਖ ਹਸਤੀਆਂ ਨੇ ਸਿੱਖ ਸਮਾਜ ਦੇ ਲਈ ਕੰਮ ਦੇ ਬਦਲੇ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਵੀ ਕੀਤੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਪ੍ਰਧਾਨ ਮੰਤਰੀ ਨੇ SIT ਬਣਾਈ। ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਸਥਾਨ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਈ ਕੋਰੀਡੋਰ ਖੁਲਵਾਇਆ। ਉਹਨਾਂ ਨੇ ਕਿਹਾ ਕਿ ਕਈ ਇਹੋ ਜਿਹੀਆਂ ਇਤਿਹਾਸਕ ਗੱਲਾਂ ਹੋਈਆਂ ਨੇ। ਮਹੰਤ ਕਰਮਜੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਛੋਟੇ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਵੀਰ ਬਾਲ ਦਿਵਸ ਦਾ ਐਲਾਨ ਕੀਤਾ, ਗੁਰੂ ਦੇ ਲੰਗਰ ਤੋਂ GST ਹਟਾਈ ਹੈ, ਕਈ ਕੰਮ ਉਹਨਾਂ ਨੇ ਸਿੱਖ ਸਮਾਜ ਲਈ ਹੋਰ ਵੀ ਕੀਤੇ ਨੇ। ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਸਿੱਖਾਂ ਨਾਲ ਜੁੜੇ ਕਈ ਮਾਮਲੇ ਨੇ ਜਿਨ੍ਹਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨਾਲ ਸਿੱਖ ਹਸਤੀਆਂ ਦੀ ਗੱਲਬਾਤ ਹੋਈ ਹੈ। ਉਹਨਾਂ ਕਿਹਾ ਕਿ ਜੇਕਰ ਇਹਦਾ ਕੋਈ ਹੋਰ ਮਤਲਬ ਕੱਢਦਾ ਤਾਂ ਉਹ ਕੱਢਦਾ ਰਹੇ। ਪ੍ਰਧਾਨ ਮੰਤਰੀ ਨਾਲ ਮੁਲਾਕਾਤ ਵਿੱਚ ਡੇਰਾ ਬਾਬਾ ਨਾਨਕਸਰ ਕਰਨਾਲ ਦੇ ਬਾਬਾ ਜੋਗਾ ਸਿੰਘ, ਅੰਮ੍ਰਿਤਸਰ ਦੇ ਡੇਰਾ ਬਾਬਾ ਤਾਰਾ ਸਿੰਘ ਵਾਲਾ ਦੇ ਮੁਖੀ ਸੰਤ ਬਾਬਾ ਮੇਜਰ ਸਿੰਘ ਵਾਲਾ, ਅਨੰਦਪੁਰ ਸਾਹਿਬ ਕਾਰ ਸੇਵਾ ਦੇ ਜਥੇਦਾਰ ਬਾਬਾ ਸਾਹਿਬ ਸਿੰਘ, ਨਾਮਧਾਰੀ ਦਰਬਾਰ ਭੈਣੀ ਸਾਹਿਬ ਦੇ ਸੁਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਬੁੱਢਾ ਦਲ
ਪੰਜਵਾਂ ਤਖਤ ਦੇ ਬਾਬਾ ਜੱਸਾ ਸਿੰਘ, ਦਮਦਮੀ ਟਕਸਾਲ ਚੌਂਕ ਮਹਿਤਾ ਦੇ ਡਾਕਟਰ ਹਰਭਜਨ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਸ਼ਾਮਲ ਹੋਏ ਨੇ। ਪੰਜਾਬ ਦੇ ਵਿੱਚ ਭਾਜਪਾ ਨੂੰ ਖੇਤੀਬਾੜੀ ਕਾਨੂੰਨਾਂ ਕਰਕੇ ਬਹੁਤ ਵਿਰੋਧ ਚੱਲਣਾ ਪਿਆ। ਇਹਨਾਂ ਕਾਨੂੰਨਾਂ ਦੇ ਖਿਲਾਫ 13 ਮਹੀਨੇ ਤੱਕ ਦਿੱਲੀ ਦੇ ਬਾਰਡਰਾਂ ਤੇ ਅੰਦੋਲਨ ਚੱਲਿਆ। ਇਸ ਤੋਂ ਬਾਅਦ ਤਿੰਨੇ ਖੇਤੀ ਕਾਨੂੰਨ ਵਾਪਸ ਲਏ ਗਏ। ਹਾਲਾਂਕਿ 750 ਦੇ ਕਰੀਬ ਕਿਸਾਨਾਂ ਦੀ ਮੌਤ ਵੀ ਹੋਈ ਹੈ, ਪਰ ਪੰਜਾਬ ਦੇ ਪਿੰਡਾਂ ਦੇ ਲੋਕਾਂ ਦੀ ਨਾਰਾਜ਼ਗੀ ਬਰਕਰਾਰ ਹੈ। ਪਰ ਜਿਸ ਤਰੀਕੇ ਦੇ ਨਾਲ ਬੀਜੇਪੀ ਦੇ ਵੱਲੋਂ ਸਿੱਖ ਭਾਈਚਾਰੇ ਦੇ ਨਾਲ ਨੇੜਤਾ ਕੀਤੀ ਜਾ ਰਹੀ ਹੈ, ਆਉਂਦੇ ਸਮੇਂ ਦੇ ਵਿੱਚ ਇਹ ਕੀ ਰੰਗ ਲੈ ਕੇ ਆਵੇਗੀ, ਸਮਾਂ ਬਿਆਨ ਕਰੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ ਕਿ ਜੋ ਹਾਲਾਤ 3 ਮਹੀਨੇ ਪਹਿਲਾਂ ਸੀ ਕੀ ਉਹ ਅੱਜ ਹਨ। 3 ਮਹੀਨੇ ਪਹਿਲਾਂ ਹਰ ਥਾਂ ਦੇ ਉੱਤੇ ਵਿਰੋਧ ਹੁੰਦਾ ਸੀ, ਅੱਜ ਉਹ ਵਿਰੋਧ ਨਹੀਂ ਹੈ। ਇਹਦੇ ਪਿੱਛੇ ਕਾਰਨ ਕਿਹੜੇ ਆ? ਜਾਂ ਤਾਂ ਇਹ ਹੈ ਕਿ ਅਸੀਂ ਪ੍ਰਧਾਨ ਮੰਤਰੀ ਸਾਹਿਬ ਦੀਆਂ ਨੀਤੀਆਂ ਦੇ ਨਾਲ ਸਹਿਮਤ ਹਾਂ, ਜਾਂ ਇਹ ਹੈ ਕਿ ਅਸੀਂ ਹੋਰ ਕੰਮਾਂ ਦੇ ਵਿੱਚ ਮਸਰੂਫ ਹਾਂ। ਪ੍ਰਧਾਨ ਮੰਤਰੀ ਸਾਹਿਬ ਦਾ ਜਦੋਂ ਫਿਰੋਜ਼ਪੁਰ ਦੇ ਵੱਲ ਆਏ ਵਿਰੋਧ ਹੋਇਆ, ਉਹਨਾਂ ਦਾ ਕਾਫਲਾ ਵਾਪਸ ਚਲਾ ਗਿਆ, ਪਰ ਐਤਕੀ ਉਹ 3 ਰੈਲੀਆਂ ਕਰਕੇ ਗਏ ਆ। 3 ਰੈਲੀਆਂ ਦੇ ਵਿੱਚ ਉਹਨਾਂ ਨੇ ਸਿੱਖ ਭਾਈਚਾਰੇ ਦੀ ਗੱਲ ਕੀਤੀ ਹੈ। ਅਗਲੀ ਗੱਲ ਇਹ ਹੈ ਕਿ ਸਿੱਖ ਭਾਈਚਾਰੇ ਨੂੰ ਆਸ ਸੀ ਕਿ ਜਦੋਂ ਉਹ ਰੈਲੀਆਂ ਕਰਨ ਆਏ ਆ ਤਾਂ ਸ਼ਾਇਦ ਕੋਈ ਵੱਡਾ ਐਲਾਨ ਕਰਕੇ ਜਾਣ, ਪਰ ਸ਼ਾਇਦ ਉਹ ਐਲਾਨ ਇਸ ਕਰਕੇ ਨਹੀਂ ਕਰਕੇ ਗਏ ਵੀ ਸ਼ਾਇਦ ਚੋਣ ਜ਼ਾਬਤਾ ਲਾਗੂ ਆ, ਇਸ ਕਰਕੇ ਕੋਈ ਐਲਾਨ ਨਹੀਂ ਕਰ ਸਕਦੇ। ਪਰ ਇੱਕ ਗੱਲ ਹੋਰ ਸਮਝਿਓ, ਲੰਘੇ ਕੱਲ੍ਹ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇੱਕ ਗੱਲ ਕਹੀ ਹੈ। ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਜੇਕਰ ਅਸੀਂ ਅੱਧੀਆਂ ਸੀਟਾਂ ਵੀ ਜਿੱਤ ਜਾਂਦੇ ਹਾਂ ਤਾਂ ਸਰਕਾਰ ਸਾਡੀ ਹੀ ਬਣੇਗੀ। ਬੀਜੇਪੀ ਪੰਜਾਬ ਦੇ ਵਿੱਚ 73 ਸੀਟਾਂ ਦੇ ਉੱਤੇ ਚੋਣ ਲੜ ਰਹੀ ਹੈ, 73 ਸੀਟਾਂ ਤੇ। ਜੇ ਆਪਾਂ ਉਹਨਾਂ ਦੀ ਗੱਲ ਮੰਨੀਏ ਪੁਰੀ ਸਾਹਿਬ ਦੀ ਕਿ ਉਹ 36 ਸੀਟਾਂ ਜਿੱਤਦੇ ਆ, ਜਿਵੇਂ ਕਿ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਪੰਜਾਬ ਦੇ ਵਿੱਚੋਂ ਅੱਧੀਆਂ ਸੀਟਾਂ ਵੀ ਲੈ ਜਾਂਦੇ ਹਾਂ, ਅੱਧੀਆਂ ਦਾ ਮਤਲਬ ਇਹ ਆ ਵੀ 36 ਜਾਂ 37 ਕਹਿ ਲਓ ਤੁਸੀਂ, ਪਰ ਕੀ 36 37 ਲੈ ਕੇ ਜਾਣਗੇ ਇਹ ਸਮਾਂ ਬਿਆਨ ਕਰੂਗਾ। ਲੋਕਾਂ ਦਾ ਕੁਝ ਹੋਰ ਕਹਿਣਾ, ਪਰ ਜੇਕਰ 36 ਵੀ ਲੈ ਕੇ ਜਾਂਦੇ ਆ, ਇੱਕ ਮਿੰਟ ਲਈ ਮੰਨੋ, ਤਾਂ ਸੀਟਾਂ ਤਾਂ 59 ਚਾਹੀਦੀਆਂ ਬਹੁਮਤ ਦੇ ਲਈ। ਤੇ ਹੁਣ ਆਸ ਕੀਤੀ ਜਾ ਰਹੀ ਹੈ ਕਿ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਦੁਬਾਰਾ ਫੇਰ ਹੋ ਸਕਦਾ ਹੈ। ਜੇਕਰ ਇਸ ਮੋੜ ਤੇ ਗੱਲ ਆ ਗਈ ਵੀ ਅਕਾਲੀ ਦਲ ਤੇ ਬੀਜੇਪੀ ਦੀਆਂ ਸੀਟਾਂ ਮਿਲਾ ਕੇ 59 ਬਣਦੀਆਂ ਜਾਂ ਨੇੜੇ ਤੇੜੇ ਵੀ ਪਹੁੰਚਦੇ ਆ, ਤਾਂ ਫਿਰ ਇਹ ਦੋਨੋਂ ਜਾਣੇ ਹੱਥ ਮਿਲਾ ਲੈਣਗੇ। ਦੋਨੋਂ ਪਾਰਟੀਆਂ ਫਿਰ ਇੱਕ ਦੂਜੇ ਦੇ ਨਾਲ ਗਲਵੱਕੜੀ ਦੀ ਸਾਂਝ ਪਾਉਣਗੀਆਂ, ਜਿਵੇਂ ਕਿ ਅੰਦਾਜ਼ੇ ਲੱਗ ਰਹੇ ਆ। ਉਸ ਤੋਂ ਅਗਲੀ ਗੱਲ ਕਰ ਲਓ, ਕਿਉਂਕਿ ਪਿਛਲੀਆਂ ਕੁਝ ਰੈਲੀਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਨੇਤਾ ਦੇ ਵੱਲੋਂ ਬੀਜੇਪੀ ਦੇ ਉੱਤੇ ਵਾਰ ਨਹੀਂ ਕੀਤਾ ਗਿਆ। ਬੀਜੇਪੀ ਦੇ ਵੱਲੋਂ ਕਿਸੇ ਵੀ ਰੈਲੀ ਦੇ ਵਿੱਚ ਅਕਾਲੀ ਦਲ ਦੇ ਖਿਲਾਫ ਨਹੀਂ ਬੋਲਿਆ ਗਿਆ। ਦੋਵੇਂ ਪਾਰਟੀਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਖਿਲਾਫ ਬੋਲਦੀਆਂ ਰਹੀਆਂ। ਸੋ ਅੰਦਾਜ਼ੇ ਕਈ ਕਿਸਮ ਦੇ ਲੱਗ ਰਹੇ ਆ, ਪਰ ਪੰਜਾਬ ਦੇ ਵਿੱਚ ਬੀਜੇਪੀ ਪੈਰ ਪੱਕੇ ਕਰ ਰਹੀ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪੰਜਾਬ ਦੇ ਵਿੱਚ ਬੀਜੇਪੀ ਨੂੰ ਹਵਾ ਦਾ ਠੰਡਾ ਬੁੱਲਾ ਪ੍ਰਤੀਤ ਹੋ ਰਿਹਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਮੈਨੂੰ ਨਹੀਂ ਪਤਾ ਵੀ ਸੀਟਾਂ 8 ਲੈ ਕੇ ਜਾਣੀਆਂ, 15 ਲੈ ਕੇ ਜਾਣੀਆਂ ਜਾਂ 36 ਲੈ ਕੇ ਜਾਣੀਆਂ, ਇਹ ਤਾਂ ਵੋਟਰਾਂ ਦੀ ਆਪੋ ਆਪਣੀ ਮਰਜ਼ੀ ਹੈ। ਪਰ ਜੋ ਅਸੀਂ ਸੋਚਦੇ ਹੁੰਦੇ ਸੀ ਉਹਦੇ ਉਲਟ ਹੈ। ਅੱਜ ਕਈ ਸੀਟਾਂ ਦੇ ਉੱਤੇ ਬੀਜੇਪੀ ਤਿੱਖੀ ਟੱਕਰ ਦੇ ਰਹੀ ਹੈ ਸ਼ਹਿਰੀ ਖੇਤਰ ਦੇ ਵਿੱਚ। ਲੰਘੇ ਕੱਲ੍ਹ ਚੋਣ ਪ੍ਰਚਾਰ ਬੰਦ ਹੋਣ ਤੋਂ ਕੁਝ ਘੰਟੇ ਪਹਿਲਾਂ ਕਾਂਗਰਸ ਦੇ ਵੱਲੋਂ ਆਪਣਾ ਮਨੋਰਥ ਪੱਤਰ ਜਾਰੀ ਕਰ ਦਿੱਤਾ ਗਿਆ। ਮੈਨੂੰ ਹੈਰਾਨੀ ਹੋਈ ਇਸ ਗੱਲ ਦੇ ਉੱਤੇ। ਮੈਨੂੰ ਤਾਂ ਇਉਂ ਲੱਗਦਾ ਸੀ ਕਿ ਸ਼ਾਇਦ ਵੋਟਾਂ ਤੋਂ ਬਾਅਦ 21 ਤਰੀਕ ਨੂੰ ਕਾਂਗਰਸ ਦੇ ਵੱਲੋਂ ਆਪਣਾ ਮਨੋਰਥ ਪੱਤਰ ਜਾਰੀ ਕੀਤਾ ਜਾਊਗਾ, ਪਰ ਉਹਨਾਂ ਨੇ ਤਾਂ 18 ਨੂੰ ਹੀ ਕਰਤਾ। ਇਹ ਕਮਾਲ ਹੋ ਗਈ। ਉਹਨਾਂ ਨੇ 18 ਨੂੰ ਦੁਪਹਿਰ ਦੇ ਵੇਲੇ ਕਰਤਾ, ਇਹ ਵੀ ਕਮਾਲ ਦੀ ਗੱਲ ਹੋ ਗਈ। ਪਰ ਇਹਦੇ ਵਿੱਚ ਜਿਹੜੇ ਵਾਅਦੇ ਕੀਤੇ ਗਏ ਆ ਉਹ ਪੂਰੇ ਕਿਵੇਂ ਹੋਣਗੇ? ਹੁਣ ਸਵਾਲ ਇਹ ਆ, ਮੈਂ ਇਹ ਨਹੀਂ ਕਹਿੰਦਾ ਵੀ ਭਾਈ ਇਹਨਾਂ ਦੇ ਵਾਅਦੇ ਕਿਵੇਂ ਪੂਰੇ ਹੋਣਗੇ। ਜਿਹੜੇ ਬਾਕੀ ਪਾਰਟੀਆਂ ਨੇ ਵੀ ਵੱਡੇ ਵੱਡੇ ਵਾਅਦੇ ਕੀਤੇ ਆ, ਆਰਥਿਕ ਤੌਰ ਤੇ ਪੰਜਾਬ ਇਹਨਾਂ ਟੁੱਟਿਆ ਪਿਆ ਵੀ ਵਾਅਦਾ ਕਿਸੇ ਦੇ ਵੱਲੋਂ ਵੀ ਨਹੀਂ ਪੂਰਾ ਕੀਤਾ ਜਾ ਸਕਣਾ। ਸਾਨੂੰ ਚੰਗੀਆਂ ਲੱਗਦੀਆਂ ਉਹ ਗੱਲਾਂ, ਜਿਵੇਂ ਸਟੇਜ ਦੇ ਉੱਤੇ ਖੜਾ ਕਲਾਕਾਰ ਕਹਿੰਦਾ ਤੁਹਾਡੀ ਫਰਮਾਇਸ਼ ਦੇ ਮੁਤਾਬਕ ਗੀਤ ਪੇਸ਼ ਕਰਦੇ ਆ। ਇਹ ਸਾਡੀਆਂ ਫਰਮਾਇਸ਼ਾਂ ਦੇ ਮੁਤਾਬਕ ਮਨੋਰਥ ਪੱਤਰ ਜਾਰੀ ਹੁੰਦੇ ਆ, ਪਰ ਪੂਰੇ ਨਹੀਂ ਇਹ ਹੋਣਗੇ। ਇਹ ਗੱਲ ਹੁਣੇ ਪੱਥਰ ਤੇ ਲਕੀਰ ਵਰਗੀ ਹੈ। ਅਗਲੀ ਗੱਲ ਇਹ ਹੈ ਵੀ ਇਸ ਮਨੋਰਥ ਪੱਤਰ 'ਚ ਕਿਹਾ ਗਿਆ ਅਸੀਂ ਕੁੜੀਆਂ ਨੂੰ ਜਿਨ੍ਹਾਂ ਨੇ 5ਵੀਂ ਕੀਤੀ 5000 ਦੇ ਦਿਆਂਗੇ, 12ਵੀਂ ਕਰਨ ਵਾਲਿਆਂ ਨੂੰ 20000 ਦੇ ਦਿਆਂਗੇ, 5 ਲੱਖ ਪੰਜਾਬ 'ਚ ਰੁਜ਼ਗਾਰ ਪੈਦਾ ਕਰ ਦਿਆਂਗੇ 5 ਵਰ੍ਹਿਆਂ ਦੇ ਵਿੱਚ। ਇੱਦਾਂ ਕਿਵੇਂ ਹੋਊਗਾ? ਕੀ ਪੰਜਾਬ ਜਿਹਦੇ ਸਿਰ ਦੇ ਉੱਤੇ 3 ਲੱਖ ਕਰੋੜ ਰੁਪਏ ਦੇ ਕਰੀਬ ਦਾ ਕਰਜ਼ਾ, ਜਿਹਦਾ ਵਿਆਜ ਦੇਣ ਦੇ ਲਈ ਨਵੇਂ ਸਿਰੋਂ ਕਰਜ਼ਾ ਚੱਕਣਾ ਪੈਂਦਾ, ਕੀ ਉਹਦੇ ਕੋਲੇ ਰੇਤੇ ਦੇ ਵਿੱਚੋਂ ਜਾਂ ਦਾਰੂ ਦੇ ਵਿੱਚੋਂ ਪੈਸੇ ਕੱਢ ਕੇ ਇੰਨਾ ਸਰਮਾਇਆ ਆਜੂ ਵੀ ਜਿਹਦੇ ਕਰਕੇ ਸਾਰੇ ਵਾਅਦੇ ਪੂਰੇ ਹੋ ਜਾਣਗੇ? ਪਹਿਲਾਂ ਸੰਖੇਪ ਦੇ ਵਿੱਚ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਕਾਂਗਰਸ ਦੇ ਮਨੋਰਥ ਪੱਤਰ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਹਰ ਵਰਗ ਦੇ ਲਈ ਮੁਫਤ ਸੇਵਾਵਾਂ ਹੋਣਗੀਆਂ, ਲੋੜਵੰਦ ਕੁੜੀਆਂ ਦੇ ਲਈ ਸਿੱਖਿਆ ਸਹਾਇਤਾ ਹੋਏਗੀ, 5ਵੀਂ ਜਮਾਤ ਦੇ ਲਈ 5000, ਜਮਾਤ 8ਵੀਂ ਦੇ ਵਾਸਤੇ 10000, 12ਵੀਂ ਵਾਲੀ ਕੁੜੀ ਦੇ ਲਈ 20000 ਪਲੱਸ ਕੰਪਿਊਟਰ। ਮਨਰੇਗਾ ਦੀ ਦਿਹਾੜੀ ਵਧਾ ਕੇ 350 ਰੁਪਇਆ ਕੀਤੀ ਜਾਏਗੀ। 100 ਦਿਨ ਦਾ ਰੁਜ਼ਗਾਰ ਵਧਾ ਕੇ 150 ਦਿਨ ਕੀਤਾ ਜਾਏਗਾ। ਸਟਾਰਟਅਪ ਲਈ ਨਿਵੇਸ਼ ਫੰਡ 1000 ਕਰੋੜ ਰੁਪਈਆ ਹੋਏਗਾ। ਸਟਾਰਟਅਪ ਦੇ ਲਈ 2 ਲੱਖ ਦਾ ਵਿਆਜ ਮੁਕਤ ਕਰਜ਼ਾ ਹੋਏਗਾ। ਇੰਸਪੈਕਟਰ ਰਾਜ ਦਾ ਅੰਤ ਹੋਏਗਾ। 170 ਸੇਵਾਵਾਂ ਆਨਲਾਈਨ ਹੋਣਗੀਆਂ। ਜਨਮ ਪ੍ਰਮਾਣ ਪੱਤਰ, ਮੌਤ ਦਾ ਸਰਟੀਫਿਕੇਟ ਆਦਿ।
ਇਹਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ 8 ਸਿਲੰਡਰ 1 ਸਾਲ ਦੇ ਵਿੱਚ ਮੁਫਤ ਮਿਲਣਗੇ ਔਰਤਾਂ ਨੂੰ, 1100 ਰੁਪਈਆ ਮਹੀਨਾ ਔਰਤਾਂ ਨੂੰ ਮਿਲੇਗਾ ਤੇ ਹੋਰ ਵੀ ਸਿੱਖਿਆ ਦੇ ਮਾਮਲੇ 'ਚ ਤੇ ਸਿਹਤ ਦੇ ਮਾਮਲੇ ਵਿੱਚ ਕਈ ਐਲਾਨ ਕੀਤੇ ਗਏ ਨੇ। ਇਸ ਖਬਰ ਦੇ ਉੱਤੇ ਸੰਖੇਪ ਦੇ ਵਿੱਚ ਟਿੱਪਣੀ ਕਰਨ ਦੋਸਤੋ ਅਸੀਂ ਗੱਲ ਕਹਾਂਗੇ ਕਿ ਜੋ ਵੀ ਵਾਅਦੇ ਕੀਤੇ ਜਾਂਦੇ ਆ ਇਹ ਓਨੇ ਕੁ ਹੋਣੇ ਚਾਹੀਦੇ ਜਿੰਨੇ ਕੁ ਪੂਰੇ ਹੋ ਜਾਣ। ਬਹੁਤ ਸਾਰੇ ਲੋਕ ਇਹ ਗੱਲ ਚਾਹੁੰਦੇ ਆ ਕਿ ਇਹ ਜਿਹੜੇ ਚੋਣ ਮਨੋਰਥ ਪੱਤਰ ਆ ਇਹਨਾਂ ਨੂੰ ਅਸਟਾਮ ਦੇ ਉੱਤੇ ਲਿਖਵਾਉਣਾ ਚਾਹੀਦਾ, ਇਹ ਹਲਫਨਾਮੇ ਦੇ ਤੌਰ ਤੇ ਹੋਣਾ ਚਾਹੀਦਾ, ਪਰ ਇਹ ਹੁੰਦਾ ਨਹੀਂ। ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਵੀ ਕਿਸੇ ਵੀ ਪਾਰਟੀ ਦੀ ਸਰਕਾਰ ਆ ਜੇ, ਕੀਤੇ ਹੋਏ ਵਾਅਦਿਆਂ ਦੇ ਵਿੱਚੋਂ ਜੇਕਰ ਉਹ 60 ਜਾਂ 65 ਜਾਂ 70% ਵੀ ਪੂਰਾ ਕਰ ਜਾਣ, ਇਹ ਬਹੁਤ ਬਹਾਦਰੀ ਵਾਲੀ ਤੇ ਬੜੀ ਚੰਗੀ ਤੇ ਬੜੀ ਨੇਕ ਨੀਤੀ ਵਾਲੀ ਗੱਲ ਅਸੀਂ ਮੰਨਾਂਗੇ, ਕਿਉਂਕਿ ਹੁੰਦੇ ਤਾਂ 25% ਵੀ ਪੂਰੇ ਨਹੀਂ। ਕਹਿੰਦੇ ਤਾਂ ਕੈਪਟਨ ਸਾਹਿਬ ਵੀ ਆ ਕਿ ਅਸੀਂ 99% ਵਾਅਦੇ ਪੂਰੇ ਕਰਕੇ ਆਏ ਆ, ਪਰ ਪੰਜਾਬ ਦੇ ਲੋਕਾਂ ਨੂੰ ਕਦੇ ਦਿਸੇ ਨਹੀਂ। ਜਿਹੜੇ ਹੁਣ ਕੀਤੇ ਜਾ ਰਹੇ ਆ ਇਹ ਕਿਵੇਂ ਪੂਰੇ ਹੋਣਗੇ? ਕਿਹੜੀ ਗਿੱਦੜ ਸਿੰਘੀ ਹੱਥ ਦੇ ਵਿੱਚ ਆਜੂ? ਕਿਹੜਾ ਅਲਾਦੀਨ ਦਾ ਚਿਰਾਗ ਹੋਊਗਾ ਵੀ ਰਗੜਾਂਗੇ, ਵਿੱਚੋਂ ਜਨ ਨਿਕਲੂਗਾ, ਕਹੂਗਾ ਹੁਕਮ ਮੇਰੇ ਆਕਾ, ਅਸੀਂ ਕਹਾਂਗੇ ਖਜ਼ਾਨਾ ਭਰ ਦੇ, ਉਹ ਪੈਸੇ ਲਿਆਊਗਾ, ਟਰਾਲੇ ਭਰ ਕੇ ਨੋਟਾਂ ਦੇ ਪਿੰਡਾਂ ਵਿੱਚ ਜਾਣਗੇ, ਮਸਲੇ ਹੱਲ ਹੋ ਜਾਣਗੇ। ਇੱਦਾਂ ਹੁੰਦਾ ਨਹੀਂ, ਇਹ ਫਿਲਮੀ ਗੱਲਾਂ ਜ਼ਮੀਨੀ ਨਹੀਂ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੋਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਫਿਰ ਖਬਰ ਦੀ ਖਬਰ ਲੈ ਕੇ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ।